जालंधर के रमाडा होटल में एसोसिएशन ऑफ लाइसेंस मैन पावर रिक्रूटमेंट एजेंसी की ओर से सेमिनार का आयोजन किया गया, जिसके चलते प्रोटेक्टर ऑफ इमिग्रेंट्स चंडीगढ़ मिनिस्ट्री ऑफ एक्सटर्नल अफेयर वहां मौजूद रहे, जिन्होंने रिक्रूटमेंट एजेंट्स के साथ ओपन हाउस इंटरेक्शन किया। सेमिनार का मुख्य उद्देश्य था कि सेफ एंड लीगल माइग्रेशन के प्रति सही जानकारी साझा की जा सके तथा एजेंट्स की परेशानियों को सुन उनका हल निकाला जा सके। इस कार्यक्रम में मुख्य तौर पर प्रोटेक्टर ऑफ इमिग्रेंट्स चंडीगढ़ मिस्टर यशुदीप सिंह, रीजनल पासपोर्ट अफसर जालंधर से मिस्टर अनूप तथा एसोसिएशन की ओर से प्रेसिडेंट मिस्टर बिक्रमजीत सिंह तथा जनरल सेक्रेटरी वीर कमल सिंह भी इस कार्यक्रम में मौजूद रहे। आप भी डालिए इस पूरी वीडियो पर एक नजर। नमस्कार, पंजाब केसरी देख रहे हैं आप। मैं हूं आपके साथ शुभिता। आज जालंधर की रमाडा होटल में हम पहुंचे हैं, जहां पर एसोसिएशन ऑफ लाइसेंस मैन पावर रिक्रूटमेंट एजेंसीज की ओर से एक ओपन हाउस इंटरेक्शन जो है वो किया जा रहा है, एक सेमिनार का आयोजन किया गया है। तो बिना किसी देरी से हम भी अंदर चलते हैं और देखते हैं। हज़ारों कंपनियों को ईमेल जाता है, टेलीफोनिकली उनसे बात होती है, वीडियो कॉल से बात होती है, लेकिन उसके बाद 10-12 कंपनियां उसमें से रिस्पॉन्ड करती हैं। कुछ कंपनियां फ़ौरन से हमें डायरेक्टली अप्रोच करती हैं, लेकिन उन्हें ये पता ही नहीं है कि यहाँ पे भी आर एजेंसियों का एक सिस्टम बना है, एक मिनिस्ट्री से रजिस्टर्ड कंपनीज है जो ये रिक्रूटमेंट का काम करती है। जो मेन पार्टी बॉम्बे की है उसी का लाइसेंस नंबर यूज करना पड़ेगा। उससे फर्क क्या पड़ेगा? फिर आप डिमांड लेटर मांगेंगे हमारे बॉम्बे वाले के पास होगा। बिल्कुल, तो डिमांड वो हमारे को एसोसिएट रख रहा है, हमारे से मैन पावर ले रहा है। जो आपके नॉन ईसीआर कंट्रीज में जा रहे हैं, ईसीआर पासपोर्ट होल्डर्स, उसके लिए आपको केवल इंटीमेट करना है पीओई ऑफिस को। तो दैट स्टैंडर्ड मैकेनिज्म अभी भी एग्जिस्ट करता है और आप उसको यूज करें। सर, जिस तरह सर ने एक क्वेश्चन रेज किया सी कि कैंਡੀਡੇਟ ने अपना नवा पासपोर्ट बना लिया तो ਉਹਦਾ ਪਾਸਪੋਰਟ ਆਰਏ ਦੇ ਆਫਿਸ ਦੇ ਵਿੱਚ ਹੀ ਰਹਿ ਗਿਆ ਸਰ। ਹੁਣ ਅਗਰ ਉਹਨੇ ਨਵਾਂ ਪਾਸਪੋਰਟ ਬਣਾ ਲਿਆ, ਜਿਹੜਾ ਪੁਰਾਣਾ ਪਾਸਪੋਰਟ ਸਾਡੇ ਕੋਲ ਪਿਆ, ਉਹਦਾ ਕੀ ਕੀਤਾ ਜਾਵੇ? ਅੱਜ ਅਲਮੈਰਾ ਐਸੋਸੀਏਸ਼ਨ ਆਫ ਰਿਕਰੂਟਿੰਗ ਏਜੰਟਸ ਜਲੰਧਰ ਪੂਰੇ ਪੰਜਾਬ 'ਚ ਜਿੰਨੇ ਲਾਇਸੈਂਸ ਹੋਲਡਰਸ ਨੇ ਵਿਦੇਸ਼ ਮੰਤਰਾਲੇ ਨਾਲ ਜਿਨ੍ਹਾਂ ਨੇ ਰਜਿਸਟ੍ਰੇਸ਼ਨਸ ਕਰਵਾਈਆਂ ਨੇ, ਉਹਨਾਂ ਦਾ ਇੱਕ ਮੀਟਿੰਗ ਸੈਸ਼ਨ ਜਿਹੜਾ ਸੀਗਾ, ਇੰਟਰੈਕਟਿਵ ਸੈਸ਼ਨ ਰੱਖਿਆ ਗਿਆ ਸੀਗਾ। ਤੇ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਚੰਡੀਗੜ੍ਹ ਆਫਿਸ ਨੇ ਇੰਟਰੈਕਟਿਵ ਸੈਸ਼ਨ ਜਿਹੜਾ ਹੈਗਾ ਉਹ ਕੀਤਾ ਤੇ ਉਹਦੇ ਵਿੱਚ ਜਿੰਨੇ ਵੀ ਇਸ਼ੂਜ਼ ਸੀਗੇ ਲਾਇਸੈਂਸ ਹੋਲਡਰਸ ਦੇ ਉਹ ਡਿਸਕਸ ਕੀਤੇ ਗਏ। ਤੇ ਇਸ ਤੋਂ ਇਲਾਵਾ ਕੁਝ ਐਡਵਾਈਜ਼ਰੀਜ਼ ਬਾਰੇ ਵੀ ਦੱਸਿਆ ਗਿਆ, ਕੁਝ ਸਰਕੂਲਰਸ ਬਾਰੇ ਦੱਸਿਆ ਗਿਆ ਜਿਹੜੇ ਵਿਦੇਸ਼ ਮੰਤਰਾਲੇ ਵੱਲੋਂ ਏਜੰਸੀਜ਼ ਨੂੰ, ਜਿਹੜੇ ਲਾਇਸੈਂਸ ਹੋਲਡਰਸ ਨੇ ਉਹਨਾਂ ਨੂੰ ਦੱਸੀਆਂ ਗਈਆਂ। ਤੇ ਇੱਕ ਐਡਵਾਈਜ਼ਰੀ ਜਿਹੜੀ ਮੰਤਰਾਲੇ ਵੱਲੋਂ, ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਹੈ, ਉਹ ਇਹ ਹੈ ਕਿ ਕੁਝ ਸਮੇਂ ਤੋਂ, ਕਾਫੀ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਫੇਕ ਜੌਬ ਲੈਟਰਸ ਦਿਖਾ ਕੇ ਚੀਟ ਕੀਤਾ ਜਾ ਰਿਹਾ ਹੈ। ਪੰਜਾਬ ਦੇ ਜਿੰਨੇ ਵੀ ਯੰਗਸਟਰਸ ਨੇ ਜਿਹੜੇ ਕਿ ਉਹ ਓਵਰਸੀਜ਼ ਇੰਪਲੋਇਮੈਂਟ ਚਾਹੁੰਦੇ ਨੇ, ਬਾਹਰਲੇ ਮੁਲਕਾਂ 'ਚ ਕੰਮ ਕਰਨਾ ਚਾਹੁੰਦੇ ਨੇ ਵਰਕ ਵੀਜ਼ਾ ਦੇ ਬੇਸਿਸ 'ਤੇ, ਉਹਨਾਂ ਨੂੰ ਚੀਟ ਕੀਤਾ ਜਾ ਰਿਹਾ ਅਨਰਜਿਸਟਰਡ ਏਜੰਟਸ ਵੱਲੋਂ। ਉਹ ਏਜੰਟਸ ਵੱਲੋਂ ਜਿਹੜੇ ਕਿ ਵਿਦੇਸ਼ ਮੰਤਰਾਲੇ ਨਾਲ ਲਾਇਸੈਂਸ ਨਹੀਂ ਉਹਨਾਂ ਦੇ ਕੋਲ ਹੈਗਾ, ਨਾ ਉਹਨਾਂ ਨੇ ਪ੍ਰਾਪਤੀ ਕੀਤੀ ਉਹਦੀ, ਨਾ ਉਹਦਾ ਕੋਈ ਆਵੇਦਨ ਕੀਤਾ। ਅਤੇ ਇੱਦਾਂ ਦੇ ਜਿਹੜੇ ਫੇਕ ਜੌਬ ਲੈਟਰਸ ਨੇ ਉਹ ਕੈਨੇਡਾ, ਸੈਂਟਰਲ ਏਸ਼ੀਅਨ ਕੰਟਰੀਜ਼, ਗਲਫ ਕੰਟਰੀਜ਼, ਈਸਟ ਯੂਰਪੀਅਨ ਕੰਟਰੀਜ਼, ਇਜ਼ਰਾਈਲ, ਮਿਆਂਮਾਰ, ਇੱਦਾਂ ਦੀ ਕੰਟਰੀਜ਼ ਦੀ ਜੌਬ ਜਿਹੜੀ ਹੈਗੀ ਹੈ, ਫੇਕ ਜਿਹੜੀ ਲੈਟਰਸ ਹੈ ਉਹ ਦੇਖਣ 'ਚ ਨਜ਼ਰ 'ਚ ਆਈ ਹੈ ਮੰਤਰਾਲੇ ਦੇ। ਅਤੇ ਉਹ ਕਾਫੀ ਓਵਰ ਚਾਰਜਿੰਗ ਵੀ ਹੈ ਜਿਹੜੀ ਉਹ ਵੀ ਦੇਖਣ ਨੂੰ ਮਿਲੀ ਹੈ। ਮੰਤਰਾਲੇ ਦੇ ਨੋਟਿਸ ਵਿੱਚ ਆਈ ਹੈ ਕਿ ਅਪ ਟੂ ਟਿਊਨ ਆਫ 2 to 5 lakhs ਰੁਪੀਜ਼ ਜਿਹੜਾ ਹੈਗਾ ਉਹ ਵੀ ਜਾਂ ਉਸ ਤੋਂ ਵੀ ਵੱਧ ਚਾਰਜ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਮੈਂ ਐਡਵਾਈਜ਼ਰੀ ਜਿਹੜੀ ਆਈ ਹੈ ਮੰਤਰਾਲੇ ਵੱਲੋਂ, ਉਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਇੰਪਲੋਇਮੈਂਟ ਕੰਟਰੈਕਟ ਹੁੰਦਾ ਹੈ ਕਿਸੇ ਵੀ ਬਾਹਰਲੇ ਮੁਲਕ 'ਚ, ਜੇ ਕਿਸੇ ਨੇ ਨੌਕਰੀ ਕਰਨੀ ਹੈ ਅਤੇ ਉਹ ਇੰਪਲੋਇਮੈਂਟ ਕੰਟਰੈਕਟ ਫੋਰਨ ਇੰਪਲੋਇਰ ਵੱਲੋਂ ਸਿਗਨੇਚਰ ਅਤੇ ਸਟੈਂਪ ਅਤੇ ਇੱਥੇ ਦੀ ਏਜੰਸੀ ਦੇ ਸਿਗਨੇਚਰ ਅਤੇ ਸਟੈਂਪ ਦੇ ਰਾਹੀਂ ਹੀ ਜਿਹੜਾ ਹੈਗਾ ਉਹ ਸਹੀ ਮਾਨਤਾ ਪ੍ਰਾਪਤ ਕਰਦਾ ਹੈ। ਜਿਹੜਾ ਵੈਲਿਡ ਜਿਹੜੇ ਜੌਬ ਆਫਰਸ ਹੁੰਦੀਆਂ ਉਹਦੇ ਵਿੱਚ ਫੋਰਨ ਇੰਪਲੋਇਸ ਅਕਸਰ ਕਿਸੇ ਵੀ
ਯੰਗਸਟਰ ਨੂੰ ਜਿਹਨੂੰ ਵੀ EMPLOY ਕਰਨਾ ਚਾਹੁੰਦਾ ਉਹਨਾਂ ਦੀ ਟਿਕਟਾਂ ਵੀ ਉਹ ਆਪ ਕਰਾਉਂਦੇ ਨੇ ਤੇ ਜਿੰਨੇ ਵੀ ਛੁੱਟੀਆਂ ਹੈ ਕਿੰਨੀ ਸੈਲਰੀ ਹੈ ਉਹ ਬੜੀ ਕਲੀਅਰਲੀ ਉਹਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਹੈ। ਤੇ ਇੱਕ ਪ੍ਰੀ ਡਿਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈਗਾ ਉਹ ਵਿਦੇਸ਼ ਮੰਤਰਾਲੇ ਵੱਲੋਂ ਚਲਾਇਆ ਜਾ ਰਿਹਾ ਹੈ ਸਟੇਟ ਗਵਰਨਮੈਂਟ ਦੇ ਰਾਹੀਂ। ਉਹਦੇ ਵਿੱਚ ਇਸ ਸੈਂਟਰਸ ਵਿੱਚ ਦੱਸਿਆ ਜਾਂਦਾ ਹੈ ਕਿ ਕਿਸ ਮੁਲਕ 'ਚ ਕਿਹੋ ਜਿਹਾ ਵਰਤਾਵ ਕਰਨਾ ਹੈ, ਕਿੱਦਾਂ ਦੇ ਲਾਜ਼ ਨੇ, ਕਿੱਦਾਂ ਦਾ ਕਲਚਰ ਹੈਗਾ, ਤਾਂ ਕਿ ਕਿਸੇ ਨੂੰ ਵੀ ਇੰਪਲੋਇਮੈਂਟ ਜੇ ਬਾਹਰਲੇ ਮੁਲਕਾਂ 'ਚ ਚਾਹੀਦੀ ਹੈ ਤਾਂ ਉਹਨੂੰ ਪਹਿਲਾਂ ਪਤਾ ਹੋਏ ਕਿ ਉਸ ਮੁਲਕ ਦੇ ਕੀ ਲਾਜ਼ ਨੇ, ਕੀ ਨਿਯਮ ਕਾਨੂੰਨ ਨੇ ਜਿਹਦੀ ਉਹਨੂੰ ਪਾਲਣਾ ਕਰਨੀ ਹੈ। ਇਸ ਤੋਂ ਇਲਾਵਾ ਪ੍ਰਵਾਸੀ ਭਾਰਤੀ ਬੀਮਾ ਯੋਜਨਾ ਜਿਹੜੀ ਕਿ ਮੈਂਡੇਟਰੀ ਕੀਤੀ ਗਈ ਹੈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ, ਜਿਹਦੇ ਵਿੱਚ 275 ਰੁਪਏ 2 ਸਾਲ ਲਈ ਤੇ 375 ਰੁਪਏ 3 ਸਾਲ ਲਈ ਦਾ ਪ੍ਰੀਮੀਅਮ ਜਿਹੜਾ ਹੈਗਾ ਉਹ ਪੇ ਕਰਕੇ ਡੈਥ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਅਪ ਟੂ 10 ਲੱਖ ਤੇ ਜਿਹੜੀ ਰਿਲੇਟਡ ਵਰਕ ਇੰਜਰੀ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਅਪ ਟੂ ਜਿੰਨੇ ਵੀ ਮੈਡੀਕਲ ਐਕਸਪੈਂਸਸ ਹੁੰਦੇ ਆ ਉਹ ਵੀ ਉਹਦੇ ਵਿੱਚ ਕਵਰ ਕੀਤੇ ਗਏ ਹੈ। ਤੇ ਇੱਕ ਟੋਲ ਫ੍ਰੀ ਨੰਬਰ ਜਿਹੜਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਟੋਲ ਫ੍ਰੀ ਨੰਬਰ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ਵੱਲੋਂ ਜਿਹੜਾ ਹੈਗਾ ਵਿਦੇਸ਼ ਮੰਤਰਾਲੇ ਦੇ ਵੱਲੋਂ ਦਿੱਤਾ ਗਿਆ ਹੈ 1800113090। ਇਹ ਪ੍ਰਵਾਸੀ ਭਾਰਤੀ ਸਹਾਇਤਾ ਕੇਂਦਰ ਕਿਸੇ ਵੀ ਇੰਡੀਅਨ ਸਿਟੀਜ਼ਨ ਵੱਲੋਂ ਯੂਜ਼ ਕੀਤਾ ਜਾ ਸਕਦਾ ਹੈ ਜਿਹਦੇ ਨਾਲ ਕੋਈ ਵੀ ਏਜੰਸੀ ਦਾ ਫਰਾਡ ਜਾਂ ਫੇਕ ਜੌਬ ਆਫਰ ਲੈਟਰ ਜਾਂ ਫੋਰਨ ਇੰਪਲੋਇਮੈਂਟ ਜਿਹੜੀ ਹੈਗੀ ਹੈ ਜਿਸ ਸ਼ਰਤਾਂ ਦੇ ਦਿੱਤੀ ਜਾਣੀ ਸੀਗੀ ਉਹ ਸ਼ਰਤਾਂ ਨਹੀਂ ਪੂਰੀਆਂ ਕੀਤੀਆਂ ਗਈਆਂ, ਉਹਦੇ ਰਾਹੀਂ ਕੰਪਲੇਂਟ ਜਿਹੜੀ ਹੈ ਉਹ ਦਰਜ ਕਰ ਸਕਦਾ ਹੈ। ਇਹ ਟੋਲ ਫ੍ਰੀ ਨੰਬਰ ਦੀ ਸਾਰੀ ਕੰਪਲੇਂਟਸ ਵਿਦੇਸ਼ ਮੰਤਰਾਲੇ ਦੇ ਦਫ਼ਤਰਾਂ ਵੱਲੋਂ, ਪ੍ਰੋਟੈਕਟਰ ਆਫ ਇਮੀਗ੍ਰੈਂਟਸ ਵੱਲੋਂ, ਪ੍ਰੋਟੈਕਟਰ ਜਨਰਲ ਆਫ ਇਮੀਗ੍ਰੈਂਟ ਵੱਲੋਂ ਇਹਦੇ ਤੇ ਐਕਸ਼ਨ ਲਿਆ ਜਾਂਦਾ ਹੈ। ਤੇ ਵਿਦੇਸ਼ ਮੰਤਰਾਲੇ ਵੱਲੋਂ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਕਿ ਜਿਹੜੇ ਏਜੰਸੀਜ਼ ਓਵਰਸੀਜ਼ ਇੰਪਲੋਇਮੈਂਟ ਦਾ ਕੰਮ ਕਰਦੀਆਂ ਨੇ ਤੇ ਉਹਨਾਂ ਕੋਲ ਲਾਇਸੈਂਸ ਨਹੀਂ ਹੈ ਤੇ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਤੇ ਉਹਨਾਂ ਨੂੰ 2 ਸਾਲ ਤੱਕ ਦੀ ਸਜ਼ਾ ਤੇ ਜਿਹੜਾ ਜੁਰਮਾਨਾ ਹੈ ਉਹ ਵੀ ਅਲੱਗ ਤੋਂ ਭੁਗਤਣਾ ਪਏਗਾ। ਤੇ ਇਹ ਐਡਵਾਈਜ਼ਰੀ ਸਾਰਿਆਂ ਵਾਸਤੇ ਹੈਗੀ ਹੈ ਜਿੰਨੇ ਵੀ ਪੰਜਾਬ 'ਚ ਇੰਟੈਂਡਿੰਗ ਐਮੀਗ੍ਰੈਂਟਸ ਜਿਹੜੇ ਬਾਹਰਲੇ ਮੁਲਕਾਂ 'ਚ ਕੰਮ ਕਰਨਾ ਚਾਹੁੰਦੇ ਨੇ ਤੇ ਜਿੰਨੀਆਂ ਏਜੰਸੀਆਂ ਓਵਰਸੀਜ਼ ਇੰਪਲੋਇਮੈਂਟ ਦਾ ਕੰਮ ਕਰਦੀਆਂ। ਦੇਖੋ ਮੇਨਲੀ ਤਾਂ ਇਹਨਾਂ ਨੇ ਪਿਛਲੀ ਮੀਟਿੰਗਸ 'ਚ ਜਿਹੜੇ ਇਸ਼ੂਜ਼ ਸੀਗੇ ਉਹੀ ਸੇਮ ਟੂ ਸੇਮ ਨੇ। ਕੁਝ ਇਸ਼ੂਜ਼ ਸੀਗੇ ਆਈਡੀ ਕਾਰਡਸ ਦੇ ਰਿਲੇਟਡ ਕਿ ਲਾਇਸੈਂਸ ਹੋਲਡਰਸ ਦੇ ਆਈਡੀ ਕਾਰਡ ਬਣਨ ਤੇ ਆਈਡੀ ਕਾਰਡ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਆਉਣ ਵਾਲੇ 2-3 ਮਹੀਨੇ ਤੱਕ ਇਹਨਾਂ ਨੂੰ ਆਈਡੀ ਕਾਰਡ ਮੁਹੱਈਆ ਕਰਾ ਦਿੱਤਾ ਜਾਏਗਾ। ਉਹਦੇ ਵਿੱਚ ਇੰਪਰੂਵਮੈਂਟ ਹੋਈ ਹੈ, ਜਿੱਦਾਂ ਈ ਮਾਈਗ੍ਰੇਟ 2.0 ਪੋਰਟਲ ਸੀਗਾ ਉਹਦੇ ਬਾਰੇ ਇਹਨਾਂ ਨੂੰ ਅਵਗਤ ਕਰਾ ਦਿੱਤਾ ਗਿਆ ਹੈ ਕਿ ਇਹ ਆਉਣ ਵਾਲੇ 2 ਮਹੀਨੇ 'ਚ ਜਿਹੜਾ ਹੈਗਾ ਆਲ ਲਾਈਵ ਹੋ ਜਾਏਗਾ, ਜਿਹੜਾ ਕਿ ਯੂਜ਼ਰ ਫਰੈਂਡਲੀ ਨਹੀਂ ਸੀਗਾ। ਦੂਜਾ ਇੱਕ ਇਸ਼ੂ ਜਿਹੜਾ ਇਹਨਾਂ ਨੇ ਗਾਮਕਾ ਸੈਂਟਰਸ ਦਾ ਰੇਜ਼ ਕੀਤਾ, ਗਾਮਕਾ ਮੈਡੀਕਲ ਸੈਂਟਰਸ ਦਾ, ਉਹਦਾ ਵੀ ਮੈਟਰ ਟੇਕਅਪ ਕੀਤਾ ਗਿਆ ਸੀ ਮਿਨਿਸਟਰੀ ਤੋਂ। ਮਿਨਿਸਟਰੀ ਨੇ ਇਹ ਸਾਨੂੰ ਆਦੇਸ਼ ਦਿੱਤੇ ਹੈ ਕਿ ਇੰਡੀਵਿਜੂਅਲ ਜਿੰਨੇ ਵੀ ਕੰਪਲੇਂਟਸ ਹੈਗੀਆਂ ਇੰਡੀਵਿਜੂਅਲ ਕੰਪਲੇਂਟਸ ਰਿਪੋਰਟ ਕੀਤੀਆਂ ਜਾਣ। ਇੰਡੀਵਿਜੂਅਲ ਕੰਪਲੇਂਟਸ ਰਿਪੋਰਟ ਨਹੀਂ ਕੀਤੀ ਜਾ ਰਹੀ ਮਿਨਿਸਟਰੀ ਨੂੰ, ਅਨਲੈਸ ਅੰਟਿਲ ਉਹ ਰਿਪੋਰਟ ਕੀਤੀਆਂ ਜਾਣ ਉਸ ਤੋਂ ਬਾਅਦ ਉਹਦਾ ਐਕਸ਼ਨ ਲਿਖਿਆ ਜਾਏਗਾ। ਬਾਕੀ ਇਸ ਤੋਂ ਇਲਾਵਾ ਜਿੰਨੇ ਵੀ ਮੈਟਰ ਸਟੇਟ ਗਵਰਨਮੈਂਟ ਨਾਲ ਟੇਕਅਪ ਹੋਣੇ ਸੀਗੇ ਉਹਦੇ ਰਾਹੀਂ ਵੀ ਮਿਨਿਸਟਰੀ ਨੇ ਆਲਰੇਡੀ ਕੋਰਸਪੋਂਡੈਂਸਿਸ ਕਰਤੀਆਂ, ਜਿੱਦਾਂ DGP ਸਾਹਿਬ ਨਾਲ ਕੋਰਸਪੋਂਡੈਂਸਿਸ ਕੀਤੀਆਂ ਹੈ ਕਿ ਜਿੰਨੇ ਨੌਨ ਲਾਇਸੈਂਸ ਹੋਲਡਰਸ ਨੇ ਉਹ ਐਡਵਰਟਾਈਜ਼ਮੈਂਟ ਨਾ ਕੱਢਣ ਕਿਉਂਕਿ ਉਹ ਇਮੀਗ੍ਰੇਸ਼ਨ ਐਕਟ ਦੀ ਵਾਇਲੇਸ਼ਨ ਹੈ। ਜੀ ਮਤਲਬ ਸਾਡੀ ਅਸੀਂ ਐਜ਼ ਅ ਪ੍ਰੋਟੈਕਟਰ ਆਫ ਇਮੀਗ੍ਰੈਂਟਸ ਆਫਿਸ ਵਿੱਚ ਸਟੇਟ ਗਵਰਨਮੈਂਟ ਮਸ਼ੀਨਰੀ ਦੇ ਨਾਲ ਇਹ ਵਰਕਸ਼ਾਪਸ ਤੇ ਸੈਂਸਿਟਾਈਜ਼ੇਸ਼ਨ ਦਾ ਜਿਹੜੀ ਕੈਂਪੇਨ ਹੈ ਉਹ ਸ਼ੁਰੂ ਕਰਾਂਗੇ ਜ਼ਿਲ੍ਹਾ ਵਾਈਜ਼, ਜਿਹਦੇ ਵਿੱਚ ਜਿੰਨੇ ਵੀ ਅਫਸਰ ਨੇ ਜ਼ਿਲ੍ਹੇ 'ਚ ਨਿਯੁਕਤ ਨੇ DC ਆਫਿਸ ਤੇ ਪੰਜਾਬ ਪੁਲਿਸ ਡਿਪਾਰਟਮੈਂਟ ਵਿੱਚ, ਉਹਨਾਂ ਨੂੰ ਸੈਂਸਿਟਾਈਜ਼ ਕੀਤਾ ਜਾਏਗਾ ਕਿ ਲਾਇਸੈਂਸ ਹੋਲਡਰਸ ਹੀ ਰਿਕਰੂਟਮੈਂਟ ਦਾ ਕੰਮ ਕਰਨ ਤਾਂ ਕਿ ਇਮੀਗ੍ਰੇਸ਼ਨ ਐਕਟ ਦੀ ਵਾਇਲੇਸ਼ਨ ਨਾ हो। लेकिन जिस तरह से आज ये पूरा सेशन हुआ है लाइसेंस तो जैसे आपने कहा और कैंपेन जो किए जाएंगे तो आपको क्या लगता है कितना ये ज़्यादा इम्पोर्टेंट है? क्योंकि अगर हम जलंधर की बात करें तो बहुत सारे केसेस आते हैं, कौन सी वो पेनल्टीज हैं वो भी बता दीजिए ताकि पब्लिक भी इससे अवेयर हो जाए। और क्योंकि मोस्ट ऑफ लैक ऑफ नॉलेज अवेयरनेस बहुत ज़रूरी है। बिल्कुल बिल्कुल। पेनल्टीज रहेंगी, बस क्या क्या स्टेप्स जो है वो मिनिस्ट्री की ओर से उठाए जा रहे हैं? अच्छा, इसमें देखिए सबसे पहले तो पेनल्टीज़ की जो बात की है, अगर नॉन लाइसेंस होल्डर है जिसने विदेश मंत्रालय का लाइसेंस नहीं लिया है और वो ओवरसीज़ एम्प्लॉयमेंट का काम कर रहा है तो वो सेक्शन 10 की वायलेशन हो रही है
और उसमें 2 साल तक की सज़ा और जुर्माना वो अलग से उनको देना पड़ेगा। और ये जो है ये एफआईआर के माध्यम से भी हो सकता है या प्रोटेक्टर ऑफ इमिग्रेंट्स की तरफ से कंप्लेंट जो है वो भी दर्ज की जा सकती है मजिस्ट्रेट की कोर्ट में, और उनको ये जो पनिशमेंट है वो मिलेगी। तो हाँ जी, वो फाइन डिपेंड करता जी मैजिस्ट्रेट ਦੇ ਜਜਮੈਂਟ ਤੇ ਕਿ ਉਹ ਕਿੰਨੀ ਲਗਾਉਂਦੇ ਆ। ਤੇ ਜਿਹੜੀ ਇੰਪ੍ਰਿਜ਼ਨਮੈਂਟ ਹੈ, ਇੰਪ੍ਰਿਜ਼ਨਮੈंट इज़ अप टू 2 ईयर्स। बस सर, जो आज एक पूरा सेशन हुआ था, हम सुन भी रहे थे कि यहाँ पर जो मेन, जैसे आपने पहले ही बात भी उठकर आया कि ये जो लाइसेंस होल्डर्स है, इनकी ये डिमांड है कि जो गवर्नमेंट है, जो मिनिस्ट्री है, प्लस एजेंसीज और पुलिस कलेक्टिवली अगर काम करें Yes. तो इनके लिए भी इजी, बिकॉज दे आर बिल्कुल बिल्कुल एग्जैक्टली बिल्कुल बिल्कुल। प्लस और क्या क्या जो स्टेप्स है वो फर्दर इनके, जो हम कह सकते हैं इनके बिहाफ पर जो साथ में मिलकर उठाए बिल्कुल। तो जैसा कि आपने भी बिल्कुल सही कहा, लैक ऑफ अवेयरनेस इज़ वन ऑफ द मेजर रीजंस कि वाई लीगल एजेंसीज आर नॉट बीइंग प्रमोटेड, क्योंकि लोगों को लाइसेंस होल्डर्स के बारे में जानकारी ही नहीं है। मोर ओवर इवन स्टेट मशीनरी में भी काफ़ी इग्नोरेंस है इमिग्रेशन एक्ट और क्यों विदेश मंत्रालय का लाइसेंस इंपॉर्टेंट या मैंडेटरी है, उसको भी उनके बारे में उनकी भी अवेयरनेस नहीं है। तो ये बहुत ज़रूरी है कि हम जिला वाइज इसकी अवेयरनेस कैंप्स को करेंगे, जिसमें कि सारे डिस्ट्रिक्ट मजिस्ट्रेट के ऑफिसर्स और पुलिस ऑफिसर्स जो हैं वो रहेंगे, और हमने एसएचओ और आईओ लेवल तक वहाँ पे उनको सेंसिटाइज करना है। तो दैट विल बी done by both, by the central government as well by the state government. So we have to jointly do that awareness campaign, because our office is one and we have more than 4 states in our jurisdiction. तो हमें स्टेट गवर्नमेंट्स की सहायता की ज़रूरत है। स्टेट गवर्नमेंट कोऑर्डिनेट करके अवेयरनेस कैंप्स करें डिस्ट्रिक्ट्स में, और वो हम फैसिलिटेट करवाएंगे, जिसमें मैं हर ज़िले में जाके कंसर्न डिस्ट्रिक्ट मजिस्ट्रेट्स जो हैं एसएसपीज़ हैं उनसे पर्सनली मिलूं, और उनसे उनके बाद उनके सेमिनार्स जो हैं वो एसएचओज़ के साथ हों ऑनलाइन माध्यम से, ताकि जल्दी से जल्दी इसका अवेयरनेस कैंप जो हैं वो हम कर सकें। स्टार्टिंग फ्रॉम वन डिस्ट्रिक्ट, एक एक करके सभी डिस्ट्रिक्ट्स को सैचुरेट करते रहें अवेयरनेस कैंप्स कर करके, और जिसमें कि अवेयरनेस कैंप्स ना केवल ऑफिसर्स के लिए लिमिटेड हो, वो उन लाइसेंस होल्डर्स के लिए भी हो जो पंजाब के साथ रजिस्टर्ड है, क्योंकि अवेयरनेस तो सभी जो हैं उनके प्रति ज़रूरी है, क्योंकि अभी तो पब्लिक को भी नहीं पता, जो पीटीपीआर लाइसेंस होल्डर्स हैं उनको भी इसके बारे में जानकारी नहीं है, और हमारी स्टेट मशीनरी में भी इग्नोरेंस है। तो वी हैव टू डू इन एट ऑल लेवल्स, तो वो हमारा। एक सवाल सर और, जैसे यहाँ पर ये भी इशू उठाया गया कि कुछ लोग ऐसे हैं जो फेक बनाकर जो बाहर चले जाते हैं जॉब के लिए, लेकिन हम एज अ मीडिया पर्सन क्या देखते हैं, बहुत सारे केसेस ऐसे भी आते हैं जो लोग एक्चुअल में वहाँ जाकर सफ़र कर रहे होते हैं, तो मिनिस्ट्री उनके लिए क्या स्टेप्स ले रही है? वो भी बहुत उनके लिए मदद पोर्टल है, ऑनलाइन पोर्टल बनाया गया है, मदद करके उसका नाम है, तो वो उस पर अपना कंप्लेंट जो है वो रजिस्टर कर सकते हैं। वो कंसर्न्ड इंडियन मिशन को जाता है, इंडियन मिशन से कंसर्न्ड पीओईज़ को जाता है, जहाँ से भी वो किसी को भी जो जहाँ से उसका घर है, जो जहाँ वो रहता है, उसका एड्रेस जो है उसके कंसर्न्ड पीओई को जाता है, और देन पीओई टेक्स अप विद द स्टेट मशीनरी टू टेक नेसेसरी एक्शन अगेंस्ट द एजेंट, अगर उसने फेक जॉब ऑफर के माध्यम से उसको बाहर भेजा। और दूसरा, इंडियन मिशंस जो हैं उसको रिपैट्रिएट भी करवाते हैं, डिपोर्ट करवाते हैं वापस। तो ये हमारे लिए बहुत ज़रूरी है कि हमारी सेफ़ और लीगल माइग्रेशन हो। सेफ़ लीगल माइग्रेशन तभी मुमकिन है जब हम लाइसेंस होल्डर्स के थ्रू एम्प्लॉयमेंट में जाएं बाहर। जब हम अनरजिस्टर्ड और जो जिनके पास लाइसेंस नहीं है मिनिस्ट्री का, उनके थ्रू जब हम जाते हैं तो हमें इस तरह के इश्यूज़ देखने को मिलते हैं, जिसमें जॉब ऑफर्स फेक होती हैं, पहुंचते हैं बाहर तो उस मुल्क में सैलरी नहीं मिलती, उस मुल्क में छुट्टियों के बारे में कोई जानकारी नहीं होती, उस मुल्क में एक्सप्लॉयटेशन हो जाता है क्योंकि फेक जॉब ऑफर से गया होता है, और उसका फिर हम मिनिस्ट्री के लिए भी बहुत मुश्किल हो जाता है उस पर एक्शन लेना, क्योंकि वो अनरजिस्टर्ड है। ਤੁਹਾਡਾ ਜਿਹੜਾ ਹੁਣ ਸੈਸ਼ਨ ਰਹੇਗਾ, ਕਦੋਂ ਤੋਂ ਤੁਹਾਡੀ ਤਿਆਰੀ ਹੈ? ਤਿਆਰ ਮਤਲਬ ਕਿ ਤੁਸੀਂ ਅਗਰ ਕਹਿੰਦੇ ਹੋਗੇ ਆਪਾਂ ਕੈਂਪ ਲਗਾਣਾ ਹੈ, ਕੈਂਪ ਦੀ ਤਿਆਰੀ ਤੁਹਾਡੀ ਆਲਮੋਸਟ ਪੂਰੀ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ, ਕਦੋਂ हाँ, ਸਟਾਰਟ ਆਪਾਂ? तो मे in another 1 month we will be starting that. ਅੱਛਾ, ਆਊਟ ਆਫ ਕੰਟਰੀ ਤੋਂ ਕੋਈ ਬੰਦਾ ਉੱਥੋਂ ਦੀ ਤੁਹਾਨੂੰ ਕੰਸਲਟ ਕਰਨਾ ਚਾਹੁੰਦਾ ਸਿੱਧੇ ਮਿਨਿਸਟਰੀ, ਉਹਦੇ ਕੋਲ ਤਾਂ ਕੋਈ ਇਨਫੋਰਮੇਸ਼ਨ ਹੀ ਨਹੀਂ ਹੈ, ਉਸੇ ਵੀ ਕੋਈ ਤੁਹਾਡੇ ਕੋਲ ਹੈਗਾ?
ਮਦਦ ਪੋਰਟਲ ਜਿਹਦੇ ਬਾਰੇ ਮੈਂ ਦੱਸਿਆ, ਮਦਦ ਪੋਰਟਲ ਹੈ, ਬਿਲਕੁਲ ਆਨਲਾਈਨ ਪੋਰਟਲ ਹੈ। ਉਹਦੇ ਵਿੱਚ ਨੰਬਰਸ ਵੀ ਲਿਖੇ ਹੋਏ ਆ। ਸਿੱਧਾ ਟੈਲੀਫੋਨ ਤੁਸੀਂ ਕਰੋਗੇ, ਉਹਦੇ ਵਿੱਚ ਆਪਣੀ ਪੂਰੀ ਪ੍ਰੋਬਲਮ ਦੱਸੋਗੇ, ਉਹ ਰਿਪੋਰਟ ਕਰਨਗੇ ਤੇ ਕੰਸਰਨ ਇੰਡੀਅਨ ਮਿਸ਼ਨ ਨੂੰ ਵੀ ਜਾਏਗਾ ਤੇ ਮਿਨਿਸਟਰੀ ਨੂੰ ਵੀ ਉਹਦੀ ਜਾਣਕਾਰੀ ਹੁੰਦੀ ਹੈ। ਸਾਡੇ ਕੋਲ ਕਾਫੀ ਕੰਪਲੇਂਟਸ ਆਉਂਦੀਆਂ ਬਾਹਰਲੇ ਮੁਲਕਾਂ 'ਚ ਜਿਹੜੇ ਲੋਕ ਫਸ ਜਾਂਦੇ ਨੇ ਤੇ ਉਹਦੇ ਵਿੱਚ ਫੇਕ ਜੌਬ ਆਫਰਸ ਨਿਕਲਦੀਆਂ ਤੇ ਅਨਰਜਿਸਟਰਡ ਏਜੰਟ ਦੇ ਰਾਹੀਂ ਉਹ ਬਾਹਰ ਪਹੁੰਚਦੇ ਆ ਤੇ ਉਹ ਕੰਪਲੇਂਟ ਸਾਨੂੰ ਮਦਦ ਪੋਰਟਲ ਦੇ ਥਰੂ ਆਉਂਦੀ ਹੈ। ਹੁਣ ਤੱਕ ਤੁਸੀਂ ਅਗਰ ਤੁਸੀਂ ਡਾਟਾ ਦੀ ਗੱਲ ਕਰ ਰਹੇ ਹੋ, ਕਿੰਨੀ ਕੁ ਕੰਪਲੇਂਟਸ ਤੁਹਾਨੂੰ ਉਸ ਪੋਰਟਲ ਦੇ ਥਰੂ ਆਈਆਂ? ਜੇ ਤੁਸੀਂ ਕਰ ਰਹੇ ਹੋ ਕਿ ਉਹਨਾਂ ਕੋਲ ਹੈਗੀ ਆ, ਉਹ ਮੈਨੂੰ ਪੂਰਾ ਕੈਲਕੂਲੇਟ ਕਰਨਾ ਪਏਗਾ ਕਿਉਂਕਿ ਮੈਨੂੰ ਹਲੇ ਇਟਸ ਬੀਨ ਓਨਲੀ 1 ਮੰਥ ਤੇ ਸਾਨੂੰ ਮੰਥਲੀ ਰਿਪੋਰਟਸ ਆਉਂਦੀਆਂ ਐਂਡ ਇਟ ਇਜ਼ ਜਨਰਲੀ ਜਿਹੜੀ ਪਿਛਲੇ ਮੰਥ ਦੀ ਰਿਪੋਰਟ ਆਈ ਉਹ ਅਪਰੋਕਸੀਮੇਟਲੀ 15 ਕੰਪਲੇਂਟਸ ਸਾਡੇ ਕੋਲ ਆਈਆਂ ਸੀਗੀਆਂ, ਜਿਹਦੇ ਵਿੱਚ 99% ਵਰ ਅਨਰਜਿਸਟਰਡ ਏਜੰਟਸ ਜਿਹੜੇ ਮਿਨਿਸਟਰੀ ਦੇ ਨਾਲ ਲਾਇਸੈਂਸ ਹੋਲਡਰ ਨਹੀਂ ਸੀਗੇ, ਰਜਿਸਟਰਡ ਨਹੀਂ ਸੀਗੇ। ਉਹਦਾ ਸੋਲੂਸ਼ਨ ਮੈਮ ਅਵੇਅਰਨੈਸ ਹੈ। We have to bring on board all unregistered agents. At least they should come and get our license. Once they get that license, then safe and legal migration is possible.